ਹੈਲੋ ਸਟੂਡੈਂਟਸ, ਸਟੈਟਿਕਸ ਦਾ ਨੈਕਸਟ ਲੈਕਚਰ ਕਰਨ ਜਾ ਰਹੇ ਹਾਂ ਆਪਾਂ। ਲੈਬਨਿਜ਼ ਥਿਓਰਮ ਨਾਲ ਰਿਲੇਟਡ ਐਕਸਰਸਾਈਜ਼ 2D ਕਰਦੇ ਪਏ ਹਾਂ। ਇਹਦੇ ਪਹਿਲੇ ਲੈਕਚਰ 'ਚ ਅਸੀਂ ਪਹਿਲੇ 4 ਕੁਐਸਚਨ ਕੀਤੇ। ਅੱਜ ਕੁਐਸਚਨ ਨੰਬਰ 5th ਕਰਨ ਜਾ ਰਹੇ ਹਾਂ। ਸੋ ਬੜੇ ਹੀ ਧਿਆਨ ਦੇ ਨਾਲ ਇਹ ਸਟੇਟਮੈਂਟ ਸਮਝਿਓ, ਬਹੁਤ ਹੀ ਇੰਟਰਸਟਿੰਗ ਕੁਐਸਚਨ ਆ। 2 strings of length 4 meter and 5 meter are attached to a particle of mass W kg. Their ends being attached to the point at same level 6 meter apart. Find the tensions in the strings. ਜਿਹੜੀਆਂ ਸਟਰਿੰਗਸ ਹੈ ਨਾ ਉਹਨਾਂ ਦੀ ਆਪਾਂ ਟੈਂਸ਼ਨ ਫਾਈਂਡ ਕਰਨੀ ਆ। ਸਭ ਤੋਂ ਪਹਿਲਾਂ ਤਾਂ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਇਹ ਸਟੇਟਮੈਂਟ ਹੈ ਕੀ। ਇਹ ਸਟੇਟਮੈਂਟ ਹੈ ਕੀ, ਬੜੇ ਧਿਆਨ ਨਾਲ ਸਮਝਿਓ। ਇੱਕ ਸਾਡੇ ਕੋਲ ਨਾ ਸੇਮ ਲੈਵਲ 'ਤੇ 6 ਮੀਟਰ ਅਪਾਰਟ ਆ ਦੇਖੋ, ਆ ਸਾਡੇ ਕੋਲ 6 ਮੀਟਰ ਇੱਕ ਡਿਸਟੈਂਸ ਆ 6 ਮੀਟਰ। ਇਹਦੇ ਨਾਲ ਅਸੀਂ 2 ਸਟਰਿੰਗ ਟਾਈ ਅਪ ਕਰਨੀਆਂ, ਅਟੈਚ ਕਰਨੀਆਂ। ਇੱਕ ਸਟਰਿੰਗ ਸਪੋਜ਼ ਕਰੋ ਇਹ ਵਾਲੀ ਆ, ਇੱਕ ਸਟਰਿੰਗ ਇਹ ਵਾਲੀ ਆ। 2 ਸਟਰਿੰਗ ਆਪਾਂ ਇਹਦੇ ਨਾਲ ਅਟੈਚ ਕੀਤੀਆਂ ਇਸ ਤਰੀਕੇ ਦੇ ਨਾਲ। ਇਹ ਜਿਹੜੀ ਰੋਡ ਆ ਸੇਮ ਲੈਵਲ ਦੀ ਗੱਲ ਕੀਤੀ ਆ, ਸੇਮ ਲੈਵਲ 'ਤੇ ਆਪਾਂ ਇਹਨੂੰ ਰੱਖਣਾ। ਅਤੇ ਇਹਦੇ ਨਾਲ ਇਹ 6 ਮੀਟਰ ਦਾ ਡਿਸਟੈਂਸ ਆ, ਇਹ ਚੌੜਾਈ 6 ਮੀਟਰ ਆ। ਓਕੇ, ਇਹਦੇ ਨਾਲ ਅਸੀਂ 2 ਸਟਰਿੰਗ, ਇੱਕ ਇਹ ਵਾਲੀ ਸਟਰਿੰਗ ਅਤੇ ਇੱਕ ਇਹ ਵਾਲੀ ਸਟਰਿੰਗ, 2 ਸਟਰਿੰਗ ਇਹਦੇ ਨਾਲ ਆਪਾਂ ਟਾਈ ਅਪ ਕੀਤੀਆਂ, ਅਟੈਚ ਕੀਤੀਆਂ, ਕੁਨੈਕਟ ਕੀਤੀਆਂ। ਅਤੇ ਨੀਚੇ ਇੱਕ ਵੇਟ W kg ਆਪਾਂ ਨਾਲ ਟਾਈ ਅਪ ਕੀਤਾ। ਅਤੇ ਇੱਕ ਆਪਾਂ ਨੂੰ ਲੈਂਥ 4 ਮੀਟਰ ਗਿਵਨ ਆ। ਮੈਂ ਥੋੜ੍ਹੀ ਘਟਾ ਦੇਣਾ ਲੈਂਥ ਇਸ ਤਰੀਕੇ। ਦੇਖੋ ਇੱਕ ਸਾਡੇ ਕੋਲ ਜਿਹੜੀ ਲੈਂਥ ਆ ਤੁਸੀਂ ਦੇਖ ਰਹੇ ਹੋਣੇ ਆ, ਇਹ ਵਾਲੀ ਜਿਹੜੀ ਲੈਂਥ ਆ ਇਹ 4 ਮੀਟਰ ਹੋਏਗੀ ਰੱਸੀ ਦੀ ਸਟਰਿੰਗ ਦੀ। ਇਹ ਵਾਲੀ ਜਿਹੜੀ ਲੈਂਥ ਤੁਹਾਨੂੰ ਦਿਖਾਈ ਦੇ ਰਹੀ ਹੈ ਪੂਰੀ, ਇਹ ਵਾਲੀ ਇਹ 5 ਮੀਟਰ। ਬੜੇ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ। 2 ਸਟਰਿੰਗਸ ਆ ਸਾਡੇ ਕੋਲ, ਇੱਕ ਦੀ ਲੈਂਥ 4 ਮੀਟਰ, ਇੱਕ ਦੀ ਲੈਂਥ 5 ਮੀਟਰ। ਇਹ ਆਪਾਂ ਪਾਰਟੀਕਲ ਆ, ਨੀਚੇ ਇੱਕ ਪਾਰਟੀਕਲ ਆ, ਇਹਦਾ ਮਾਸ W kg ਆ, ਇਹ ਆਪਾਂ ਨਾਲ ਆਪਾਂ ਅਟੈਚ ਕੀਤਾ। ਠੀਕ ਹੈ ਜੀ, ਇੱਕ 4 ਮੀਟਰ, ਇੱਕ 5 ਮੀਟਰ। ਹੁਣ ਪੁੱਛਿਆ ਕੀ ਹੈ, ਦੇਖੋ ਜਦੋਂ ਨਾ ਵੇਟ ਨੀਚੇ ਐਕਟ ਕਰਦਾ ਪਿਆ, ਉਹ ਆਪਣਾ ਵੇਟ ਨੀਚੇ ਨੂੰ ਪ੍ਰੈਸ ਕਰਦਾ ਪਿਆ, ਤਾਂ ਇਹਨਾਂ ਵਿੱਚ ਇੱਕ ਖਿੱਚ ਪੈਣੀ ਆ। ਇਸ ਸਟਰਿੰਗ ਵਿੱਚ ਇੱਕ ਫੋਰਸ ਲੱਗਦੀ ਹੁੰਦੀ ਆ, ਅਪਵਰਡ ਫੋਰਸ ਲੱਗਣੀ ਆ। ਉਸ ਫੋਰਸ ਨੂੰ ਅਸੀਂ ਬੋਲਦੇ ਹਾਂ ਟੈਂਸ਼ਨ। ਜੋ ਅਪਵਰਡ ਫੋਰਸ ਲੱਗ ਰਹੀ ਹੈ ਨਾ ਉਹਨੂੰ ਅਸੀਂ ਬੋਲਦੇ ਹਾਂ ਟੈਂਸ਼ਨ, ਜੋ ਇਸ ਵੇਟ ਨੂੰ ਕੈਰੀ ਕਰ ਰਹੇ ਆ। ਦੇਖੋ ਇਹ ਜੋ ਮਾਸ ਆ ਨਾ, ਇਹ ਪਾਰਟੀਕਲ ਦਾ ਜੋ ਮਾਸ ਆ ਉਹ ਨੀਚੇ ਨੂੰ ਐਕਟ ਕਰਦਾ। ਇਹ ਪੁਆਇੰਟ ਫਿਕਸ ਆ ਸਟਰਿੰਗ ਦਾ ਇੱਕ ਐਂਡ 'ਤੇ ਆਪਾਂ ਇੱਕ ਮਾਸ ਟਾਈ ਕੀਤਾ ਹੋਇਆ W kg, ਮੰਨ ਲਓ। ਦੂਸਰੇ ਸਿਰੇ 'ਤੇ ਆਪਾਂ ਉਹਨੂੰ ਕਨੈਕਟ ਕੀਤਾ ਹੋਇਆ। ਓਕੇ, ਹੁਣ ਇਹ ਨੀਚੇ ਨੂੰ ਵੇਟ ਐਕਟ ਕਰਦਾ ਪਿਆ ਅਤੇ ਉਹਨੂੰ ਉਠਾਉਣ ਦੇ ਲਈ ਇੱਕ ਫੋਰਸ ਲੱਗਦੀ ਪਈ ਆ। ਇਹ ਜੋ ਸਟਰਿੰਗ ਹੈ ਨਾ ਇੱਕ ਫੋਰਸ ਲਗਾ ਰਹੀ ਆ ਅਪਵਰਡ, ਉਹਨੂੰ ਉਠਾਉਣ ਦੇ ਲਈ, ਇਸ ਵੇਟ ਨੂੰ ਉਠਾਉਣ ਦੇ ਲਈ। ਉਹ ਕਿਉਂਕਿ ਨੀਚੇ ਨੂੰ ਭਾਰ ਪਾ ਰਿਹਾ, ਉਹਨੂੰ ਉਠਾਉਣ ਦੇ ਲਈ ਇੱਕ ਅਪਵਰਡ ਫੋਰਸ ਲੱਗਦੀ ਪਈ, ਉਸ ਫੋਰਸ ਨੂੰ ਅਸੀਂ ਬੋਲਦੇ ਹਾਂ ਟੈਂਸ਼ਨ। ਅਤੇ ਜੇ ਉਹ ਸਟਰਿੰਗ ਇਸ ਤਰੀਕੇ ਆ ਤਾਂ ਉਹਦੇ 'ਚ, ਕਿਉਂਕਿ ਜੇ ਤਾਂ ਸਟਰਿੰਗ ਸੇਮ ਆ ਟੈਂਸ਼ਨ ਵੀ ਸੇਮ ਹੋਏਗੀ, ਕਿਉਂਕਿ ਸਟਰਿੰਗ ਅਲੱਗ-ਅਲੱਗ ਦੀ ਗੱਲ ਕੀਤੀ ਹੈ, ਦੋਵਾਂ ਦੀ ਅਲੱਗ-ਅਲੱਗ ਟੈਂਸ਼ਨ ਫਾਈਂਡ ਕਰਨੀ ਹੈ। ਦੋਵਾਂ ਸਟਰਿੰਗਸ ਦੀ ਉਹ 2 ਹੋਣਗੇ, ਇੱਕ ਮੰਨ ਲਓ T1, ਇੱਕ T2, ਉਹਨਾਂ ਦੀ ਅਸੀਂ ਵੈਲਿਊ ਫਾਈਂਡ ਕਰਨੀ ਆ। ਇਹ ਸੀ ਸਾਡਾ ਕੁਐਸਚਨ। ਮੈਂ ਇੱਕ ਵਾਰੀ ਫਿਰ ਸਟੇਟਮੈਂਟ ਪੜ੍ਹਾ ਦਾਂ। 2 strings of length 4 meter and 5 meter attached to a particle of mass W kg, ਜਿਵੇਂ ਕਿ ਮੈਂ ਦਿਖਾ ਚੁੱਕਿਆ ਪਹਿਲੇ। Their ends being attached to point at same level 6 meter apart. Find tensions in the string. ਦੇਖੋ ਡਾਇਗਰਾਮ ਕਿਸ ਤਰੀਕੇ ਹੋਏਗੀ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਦੇਖੋ ਆ ਸਾਡਾ ਸੇਮ ਲੈਵਲ ਆ, ਠੀਕ ਹੈ ਜੀ। ਇਹ ਮੈਂ ਕਹਿ ਦਿੰਦਾ ਇਹ ਆਪਣਾ ਐਂਡ A ਆ ਅਤੇ ਇਹ ਆਪਣਾ ਐਂਡ B ਆ। 6 ਮੀਟਰ ਅਪਾਰਟ, ਇਹ 6 ਮੀਟਰ ਚੌੜਾਈ ਆ ਇਹਦੀ। ਓਕੇ, ਹੁਣ ਇੱਕ ਸਟਰਿੰਗ ਆ 4 ਮੀਟਰ, ਮੰਨ ਲਓ ਇਹ ਵਾਲੀ ਆ। ਇੱਕ ਸਟਰਿੰਗ ਆ 5 ਮੀਟਰ, ਇਹ ਆਪਾਂ ਕਹਿ ਦਿੰਦੇ ਆ ਇਹ 4 ਮੀਟਰ ਆ, ਇਹਨੂੰ ਆਪਾਂ ਕਹਿ ਦਿੰਦੇ ਆ ਇਹ ਕੀ ਆ, ਇਹ 5 ਮੀਟਰ ਆ। ਇੱਥੇ ਅਸੀਂ ਇੱਕ ਮਾਸ ਟਾਈ ਕੀਤਾ ਹੋਇਆ, ਉਹਨੂੰ ਅਸੀਂ ਦਿਖਾਵਾਂਗੇ ਇਸ ਤਰੀਕੇ W kg, ਨੀਚੇ ਨੂੰ ਐਕਟ ਕਰਦਾ ਪਿਆ। ਫਿਰ ਐਰੋ ਪਾ ਕੇ ਦਿਖਾ ਦਈਦਾ ਐਕਚੁਅਲੀ ਉਹ ਮਾਸ ਹੈ ਇੱਥੇ ਆ। ਆਹ ਸਾਡੀ ਇੱਕ ਹੋਰੀਜ਼ੋਨਟਲ ਲਾਈਨ ਆ, ਕਿਉਂਕਿ ਉਹਨਾਂ ਨੇ ਸੇਮ ਲੈਵਲ 'ਤੇ ਕਿਹਾ। ਇਹ ਹੋਰੀਜ਼ੋਨਟਲ ਲਾਈਨ ਆ, ਇਹ ਵੀ ਹੋਰੀਜ਼ੋਨਟਲ ਲਾਈਨ ਆ। ਹੁਣ ਬੜੇ ਧਿਆਨ ਨਾਲ ਗੱਲ ਸਮਝਣੀ ਅਗਲੀ ਜੋ ਮੈਂ ਦੱਸਣ ਜਾ ਰਿਹਾ। ਆਹ ਆਪਣਾ ਜਿਹੜਾ C ਹੋਏਗਾ ਪੁਆਇੰਟ A B, ਇਸ ਪੁਆਇੰਟ ਨੂੰ ਮੈਂ ਕੀ ਮੰਨ ਲੈਣਾ, ਇਹ ਪੁਆਇੰਟ ਹੋਏਗਾ ਸਾਡਾ C। ਇਹ ਜੇ A ਹੋਵੇ ਤਾਂ ਇਹਨੂੰ ਅਸੀਂ A ਐਂਗਲ ਕਹਿ ਦਈਦਾ, ਇਹ ਜੇ B ਹੋਵੇ ਇਹਨੂੰ ਅਸੀਂ B ਕਹਿ ਦਈਦਾ, ਅਤੇ ਜੇ ਇਹ C ਪੁਆਇੰਟ ਆ ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹੁੰਦੇ ਟ੍ਰਾਇੰਗਲ ਦੇ ਵਿੱਚ AB ਐਂਗਲ C ਆ। ਓਕੇ, ਪਹਿਲਾਂ ਇੱਕ ਗੱਲ ਦੇਖ ਲਈਏ ਕਿ ਇਹ ਰਾਈਟ ਐਂਗਲ ਟ੍ਰਾਇੰਗਲ ਤਾਂ ਨਹੀਂ ਬਣਦੀ।
कि ये एंगल ये राइट एंगल ट्रायंगल तो नहीं बनती 4 स्क्वेयर प्लस 5 स्क्वेयर कितना हो गया 20 प्लस 25 4 स्क्वेयर प्लस 5 स्क्वेयर कितने हो गए 45 बट 6 का स्क्वेयर कितना सी 6 का स्क्वेयर सी 36 नहीं इक्वल आए सो एक राइट एंगल ट्रायंगल नहीं गी कई क्वेश्चन इदां दे होणगे जिन्हां 'च राइट एंगल ट्रायंगल बनेगी बट इस क्वेश्चन 'चों राइट एंगल ट्रायंगल नहीं बनती इस करके मैं ये 90 लैन की बजाय मैं सी इनू सपोज कर लिया ओके हुण टेंशन खिच पैगी इन्हां दे विच एक ये स्ट्रिंग है ये आपां टेंशन T1 मान ली एक ये आ ये आपां टेंशन T2 सपोज कर ली ये लेंथ आ ये लेंथ आ 4 मीटर ये लेंथ 5 मीटर आ इधर टेंशन T1 इधर टेंशन T2 ਹੁਣ ਤੁਸੀਂ ਦੇਖ ਰਹੇ ਹੋਵੋਗੇ ਕਿ ਤਿੰਨ ਫੋਰਸਿਸ ਆ ਇੱਕ T1 ਇੱਕ T2 ਇੱਕ WKG ਨੀਚੇ ਨੂੰ ਭਾਰ ਪਾ ਰਿਹਾ ਉਹ ਜਿਹੜੇ ਦੋ ਸਟਰਿੰਗ ਆ ਜਿਹੜੀ ਅਸੀਂ ਉੱਪਰ ਬਣਾਈਆਂ ਉਹ ਉਸ ਵੇਟ ਨੂੰ ਬੈਲੈਂਸ ਕਰ ਰਹੀਆਂ ਸੋ ਫੋਰਸਿਸ ਇਕੁਇਲਿਬ੍ਰੀਅਮ 'ਚ ਆ ਤਿੰਨੇ ਦੇਖੋ ਇਹਦੀ ਕੋਈ ਮੂਵਮੈਂਟ ਨਹੀਂ ਹੋਣੀ ਕਿਉਂਕਿ ਉਹ ਇੱਕ ਥਾਂ 'ਤੇ ਪੁਆਇੰਟ ਫਿਕਸ ਆ ਰੱਸੀਆਂ ਫਿਕਸ ਆ ਠੀਕ ਹੈ ਜੀ ਇਹ ਵੇਟ ਆ ਇਹ ਇੱਕ ਵੇਟ ਆ ਇਹਦੀ ਕੋਈ ਮੂਵਮੈਂਟ ਨਹੀਂ ਹੋਣੀ एक फिक्स पोजीशन ते आ T1 T2 ते W ये बैलेंस कर रही इक्विलिब्रियम में आ सो असी इत्थे लैमी थ्योरम अप्लाई करांगे एक पॉइंट ते एक्ट करदियां ते वो इक्विलिब्रियम च भी है इस करके असी इत्थे लैमी थ्योरम अप्लाई करांगे हुण सब तो पहला असी ये सपोज करांगे लैट जो क्वेश्चन कीता सानू कि टेंशनस फाइंड करो स्ट्रिंग्स विच लैट T1 T2 बी tension in the strings स्ट्रिंग किहड़ी एक AC आ एंड दूसरी BC है दो स्ट्रिंग्स आ एक AC एक BC दो स्ट्रिंग्स आ एक टेंशन T1 सपोज कर ली एक T2 सपोज कर ली ओके उस तो बाद AB कितना मैं ये चीज़ां इत्थे लिख देना AB साडे कोल 6 मीटर आ AC मेरे कोल आ 4 मीटर तो BC मेरे को आ 5 मीटर ओके ये राइट एंगल ट्रायंगल नहीं असी पहले ही डिस्कस कर चुके हैं हुण फोर्सेस किहड़ियां T1 T2 एंड WKG acting at C are in equilibrium so by Lamy theorem ਅਸੀਂ Lamy theorem ਅਪਲਾਈ ਕਰਾਂਗੇ Lamy theorem ਕੀ ਕਹਿੰਦੀ ਆ T1 ਓਵਰ T2 ਓਵਰ and W ਓਵਰ साइन ऑफ द ऑपोजिट एंगल T1 बड़े ही ध्यान नाल समझना ये जी एंगल ए आ ये दो लाइनां पैरलल जा रही ये दो लाइनां की आ पैरलल है जी ए आ ये वाला एंगल कितना होएगा ए भी ये होएगा ये जो बी एंगल आ ये दो लाइनां पैरलल है ये लाइन कट रही आ सो ये वाला एंगल भी बी होएगा इस चीज़ का तुसी ख्याल रखना दो पैरलल लाइन ये लाइन कट रही है सो ये वाले एंगल सेम होणगे हुण तुसी मैनूं दसोगे T1 फोर्स आ तो जी अदर दो फोर्सिस आ T2 तो W उन्होंने एंगल कितना बहुत ईजी है देखो आप पॉइंट का नाम है C ये वाला जो पॉइंट है इसका नाम असी रखा C ए 90 डिग्री एंगल ये B एंगल कितना हो गया 90 प्लस B साइन 90 प्लस B जो असी T1 फोर्स लैनी जी बाकी दो फोर्सिस आ ये वालियाँ इन्हों एंगल देखना आ सारा एंगल चाहिए ये एंगल 90 आ ये वाला एंगल 90 ए बी 90 प्लस बी हुण T2 ओवर की आना T2 ओवर साइन ऑफ ये T2 फोर्स आ एंगल सानू ये वाला चाहिए ये वाला ये एंगल 90 आ वाला सारा ये वाला 90 प्लस ए कितना हो गया 90 प्लस ए W ओवर जे तुसी W लै रहे हैं तो एंगल किहड़ा चाहिए T1 ते T2 दे अंदर वो कितना C वो कितना C सो इत्थे आ जाएगा साइन ऑफ C सिंपलीफाई करो T1 ओवर कॉस ऑफ B सैकेंड क्वाड्रेंट पॉजिटिव ही हुंदा
ये आ गया T2 ओवर cos ऑफ A इज़ इक्वल टू W ओवर साइन C। ਹੁਣ ਸਾਨੂੰ ਇਹ ਵੈਲਿਊ cos A cos B ਐਂਡ ਸਾइन C ਦੀਆਂ ਵੈਲਿਊਜ਼ ਚਾਹੀਦੀਆਂ। ਉਹ ਕਿਸ ਤਰੀਕੇ ਫਾਈਂਡ ਕਰੋਗੇ, ਉਹ ਅਸੀਂ ਇਸ ਟ੍ਰਾਇੰਗਲ 'ਚੋਂ ਹੀ ਫਾਈਂਡ ਕਰਾਂਗੇ। ਤੁਸੀਂ ਇਹ ਫਾਰਮੂਲੇ ਪੜ੍ਹੇ ਹੋਏ ਆ, ਮੈਂ ਇੱਕ ਵਾਰੀ ਤੁਹਾਨੂੰ ਰਿਪੀਟ ਕਰ ਦੇਵਾਂ ਕਿ ਤੁਹਾਨੂੰ ਯਾਦ ਆ ਜਾਵੇ। ਤੁਸੀਂ +1 'ਚ ਇਹ ਸਾਰਾ ਕੁਝ ਕੀਤਾ ਹੋਇਆ। ਇਹ ਜੇ ਸਾਡੇ ਕੋਲ ABC ਟ੍ਰਾਇੰਗਲ ਹੋਵੇ, A ਵਾਲੀ ਜਿਹੜੀ ਸਾਈਡ ਹੁੰਦੀ ਸਾਹਮਣੇ ਉਹਨੂੰ ਆਪਾਂ A ਨਾਲ ਡਿਨੋਟ ਕਰੀਦਾ, B ਦੇ ਸਾਹਮਣੇ ਵਾਲੀ ਨੂੰ B ਨਾਲ ਕਰੀਦਾ ਸਮੋਲ ਨਾਲ, A ਵਾਲੀ ਨੂੰ C ਨਾਲ ਸਪੋਜ਼ ਕਰੀਦਾ। ਆਪਾਂ ਇਹ ਵਾਲਾ ਐਂਗਲ A ਲੈ ਲੈਂਦੇ ਹੁੰਦੇ ਆ, ਇਹ ਵਾਲਾ ਐਂਗਲ B ਅਤੇ ਇਹ ਵਾਲਾ ਐਂਗਲ C। ਅਤੇ ਹੁਣ ਜੇ ਅਸੀਂ ਲਿਖਣਾ ਹੋਵੇ cos of A ਦਾ ਫਾਰਮੂਲਾ, ਉਹ ਕੀ ਹੁੰਦਾ, ਉਹਨੂੰ ਹੁਣ ਤੁਸੀਂ ਸਮਝਿਓ। ਹਾਂਜੀ, cos of A ਦਾ ਫਾਰਮੂਲਾ, cos of A ਦਾ ਫਾਰਮੂਲਾ, ਜੇ cos of A ਦਾ ਫਾਰਮੂਲਾ ਉਹ ਕੀ ਆਉਣਾ, B ਸਕੁਏਅਰ ਪਲੱਸ C ਸਕੁਏਅਰ, B ਸਕੁਏਅਰ ਪਲੱਸ C ਸਕੁਏਅਰ ਮਾਈਨਸ A ਸਕੁਏਅਰ ਨੀਚੇ 2BC। ਇਹ ਫਾਰਮੂਲਾ ਸਿੱਧਾ ਜਿਹਾ ਹਿਸਾਬ ਇਹ ਆ ਕਿ ਜੇ ਇਹ A ਐਂਗਲ ਲੈ ਰਹੇ ਨਾ ਅਸੀਂ, ਅਤੇ ਉਹ ਵਾਲੀਆਂ ਸਾਈਡਾਂ ਜਿਨ੍ਹਾਂ ਦੇ ਵਿੱਚ ਉਹ ਐਂਗਲ ਆ ਉਹਨਾਂ ਦਾ ਸਕੁਏਅਰ ਪਲੱਸ ਹੋਣਾ, ਅਤੇ ਜੋ ਸਾਹਮਣੇ ਵਾਲੀ ਆ ਉਹ ਸਕੁਏਅਰ ਵਾਲਾ ਮਾਈਨਸ ਹੋਣਾ, ਅਤੇ 2BC। ਸਪੋਜ਼ ਕਰ ਤੁਸੀਂ ਲਿਖਣਾ cos B, ਜੇ ਤੁਸੀਂ cos B ਲਿਖਣਾ ਤਾਂ ਫਿਰ ਕੀ ਆਏਗਾ, ਇਹ ਐਂਗਲ B ਆ, ਇਹ ਵਾਲੀਆਂ ਸਾਈਡਾਂ ਦਾ ਸਕੁਏਅਰਾਂ ਦਾ ਸਮ ਕਰੋਗੇ, A ਸਕੁਏਅਰ C ਸਕੁਏਅਰ, A ਸਕੁਏਅਰ C ਸਕੁਏਅਰ ਮਾਈਨਸ ਫਿਰ ਆ ਜਾਏਗਾ B ਸਕੁਏਅਰ। ਜੇ ਇੱਥੇ A ਆ ਤਾਂ A ਵਾਲੀ ਸਾਈਡ ਮਾਈਨਸ ਹੋਣੀ ਹੈ, B ਆ ਤਾਂ B ਵਾਲੀ ਸਾਈਡ ਮਾਈਨਸ ਹੋਣੀ ਹੈ, ਇੱਥੇ ਆ ਜਾਏਗਾ 2 of AC। ਸਪੋਜ਼ ਕਰੋ ਤੁਸੀਂ cos C ਲਿਖਣਾ ਤਾਂ ਬੜਾ ਕਲੀਅਰ ਆ, C ਵਾਲਾ ਮਾਈਨਸ ਹੋਣਾ, ਬਾਕੀ ਐਡ ਹੋਣਗੀਆਂ। ਇੱਦਾਂ ਵੀ ਦੇਖ ਸਕਦੇ ਹਾਂ, B ਸਕੁਏਅਰ ਮਾਈਨਸ C ਸਕੁਏਅਰ 2AB। ਜੇ C ਆ ਤਾਂ C ਵਾਲੀ ਸਾਈਡ ਮਾਈਨਸ ਹੋਣੀ ਆ, B ਆ ਤਾਂ B ਵਾਲੀ ਹੋਣੀ ਆ, A ਆ ਤਾਂ A ਵਾਲੀ ਹੋਣੀ, ਜਾਂ ਤੁਸੀਂ ਇੱਦਾਂ ਦੇਖ ਸਕਦੇ ਆ, ਜੇ C ਆ ਇਹਨਾਂ ਦਾ ਸਮ ਹੋਣਾ, ਇਹ ਵਾਲਾ ਮਾਈਨਸ ਹੋਣਾ ਸਕੁਏਅਰ ਨੀਚੇ 2AB। ਇਹ ਸਾਡੇ ਕੋਲ ਫਾਰਮੂਲੇ ਸੀ, cos ਫਾਰਮੂਲੇ ਜਿਹਨੂੰ ਅਸੀਂ ਕਹਿ ਦਿੰਦੇ ਆ। ਇਹ ਅਸੀਂ ਹੁਣ ਇੱਥੇ ਲਗਾਵਾਂਗੇ, ਇਹ ਅਸੀਂ ਇੱਥੇ ਲਗਾਵਾਂਗੇ। ਉਮੀਦ ਕਰਦਾ ਕਿ ਤੁਹਾਨੂੰ ਸਮਝ ਆਈ ਗਈ ਹੋਏਗੀ। ਹੁਣ ਨਾਓ cos A ਦਾ ਫਾਰਮੂਲਾ ਕੀ ਬਣਨਾ ਇੱਥੇ, cos A ਦਾ ਫਾਰਮੂਲਾ ਕੀ ਬਣਿਆ, ਇਹ A ਐਂਗਲ A, ਇਹਦਾ ਸਕੁਏਅਰ ਪਲੱਸ ਇਹਦਾ ਸਕੁਏਅਰ, ਇਹ ਹੋਏਗਾ ਮਾਈਨਸ 6 ਸਕੁਏਅਰ ਪਲੱਸ 4 ਸਕੁਏਅਰ ਮਾਈਨਸ ਇਹ ਵਾਲੀ ਸਾਈਡ ਜਿਹੜੀ ਆ ਇਹ ਹੋਏਗੀ ਮਾਈਨਸ 5 ਸਕੁਏਅਰ ਓਵਰ 2 ਇੰਟੂ 6 ਇੰਟੂ 4। ਇਹਨੂੰ ਤੁਸੀਂ ਕੀ ਕਰ ਲਓਗੇ, ਸਿੰਪਲੀਫਾਈ ਕਰ ਲਓਗੇ। ਫਿਰ cos B ਦਾ ਫਾਰਮੂਲਾ, cos B ਦਾ ਫਾਰਮੂਲਾ, ਇਹ ਐਂਗਲ ਹੋ ਗਿਆ B, 6 ਸਕੁਏਅਰ ਪਲੱਸ 5 ਸਕੁਏਅਰ, 6 ਸਕੁਏਅਰ ਪਲੱਸ 5 ਸਕੁਏਅਰ, ਜੋ ਉਹਦੇ ਸਾਹਮਣੇ ਬਿਲਕੁਲ ਸਾਈਡ ਆ ਉਹ ਅਸੀਂ ਕਰ ਦਾਂਗੇ ਮਾਈਨਸ 2 ਇੰਟੂ 6 ਇੰਟੂ 5। ਇਹਦੇ ਤੁਸੀਂ ਫਾਰਮੂਲਾ ਲਿਖੋਗੇ cos of C ਦਾ, cos C ਦਾ ਫਾਰਮੂਲਾ ਕੀ ਆਉਣਾ, ਇਹ ਰਿਹਾ C ਐਂਗਲ 4 ਸਕੁਏਅਰ ਪਲੱਸ 5 ਸਕੁਏਅਰ, 4 ਸਕੁਏਅਰ ਪਲੱਸ 5 ਸਕੁਏਅਰ ਮਾਈਨਸ 6 ਸਕੁਏਅਰ, 2 ਇੰਟੂ 4 ਇੰਟੂ 5। ਇਹਨਾਂ ਦੇ ਆਨਸਰ ਕੀ ਆਣੇ ਆ, ਆਪਾਂ ਟਾਈਮ ਬਚਾਉਣ ਦੇ ਲਈ ਲਿਖ ਦਿੰਦੇ ਆ ਇਹਨਾਂ ਦੇ ਆਨਸਰ ਕੀ ਆਉਣਗੇ। ਇਹਨਾਂ ਦੇ ਆਨਸਰ ਆਉਣਗੇ ਜੀ ਤੁਹਾਡੇ ਕੋਲ cos ਇਹ ਆ ਜਾਏਗਾ 9/16, ਇਹ ਆਏਗਾ 9/16, ਇਹ ਆਏਗਾ 3/4, ਅਤੇ cos C ਆਏਗਾ 1/8, ਇਹ ਆਏਗਾ 1/8। ਸਾਨੂੰ ਕੀ ਚਾਹੀਦਾ ਸੀ, cos B ਚਾਹੀਦਾ ਸੀ, ਉਹ ਹੈ, cos A ਵੀ ਚਾਹੀਦਾ ਸੀ, ਉਹ ਵੀ ਹੈ, sin C ਚਾਹੀਦਾ, ਬਟ ਮੈਂ ਤਾਂ ਫਾਈਂਡ ਕਰ ਲਿਆ cos C। sin C ਦੀ ਵੈਲਿਊ ਕੈਲਕੂਲੇਟ ਕਰੋ। sin C ਨੂੰ ਕਿਵੇਂ ਕਰੋਗੇ, sin ਸਕੁਏਅਰ 1 ਮਾਈਨਸ cos ਸਕੁਏਅਰ C, ਇਸ ਤਰੀਕੇ ਫਾਈਂਡ ਕਰਾਂਗੇ। cos C ਦੀ ਵੈਲਿਊ ਆ ਗਈ 1/8, 1 ਮਾਈਨਸ 1/8 ਆ, ਅਤੇ 1 ਕੀ ਹੋ ਗਿਆ 16, 1 ਕੀ ਹੋ ਗਿਆ 8 ਆ 64। cos C ਦਾ ਸਕੁਏਅਰ 1/8 ਸੀ, 64 ਐਲਸੀਅਮ, ਇੱਥੇ ਆ ਗਏ 63। ਸੋ sin C ਦੀ ਵੈਲਿਊ ਆ ਗਈ √63/8। ਹੁਣ ਇਹਨਾਂ ਨੂੰ ਅਸੀਂ ਇੱਥੇ ਐਸ ਇਕੁਏਸ਼ਨ 'ਚ ਪੁੱਟ ਕਰ ਦਾਂਗੇ, ਸਟਾਰ ਨੰਬਰ ਇਕੁਏਸ਼ਨ 'ਚ ਅਸੀਂ ਵੈਲਿਊਜ਼ ਕੈਲਕੂਲੇਟ ਕਰ ਲਈਆਂ, ਉਹ ਆਪਾਂ ਇੱਥੇ ਪੁੱਟ ਕਰਾਂਗੇ। ਇੱਥੇ ਕਰਦੇ ਨੇ ਬਾਕੀ ਪਾਰਟ, ਪੁੱਟ
in star equation. So T1 over cos of B. What is cos of B? 3/4. T2 cos of A. Cos of A is 9/16. 9/16. W over sin C √63 over 8. ਇਹ ਆ ਗਿਆ ਸਾਡੇ ਕੋਲ। ਹੁਣ ਤੁਸੀਂ ਫਸਟ ਨੂੰ ਇਹ ਥਰਡ ਦੇ ਇਕੁਅਲ ਰੱਖੋਗੇ, T1 ਦੀ ਵੈਲਿਊ ਆ ਜਾਏਗੀ। ਹੁਣ ਤੁਸੀਂ ਵੈਲਿਊਜ਼ ਫਾਈਂਡ ਕਰੋਗੇ, T1 over 3/4 is equal to W over √63/8। तो ਉੱਥੋਂ T1 ਦੀ ਵੈਲਿਊ ਆ ਜਾਏਗੀ ਤੁਹਾਡੇ ਕੋਲ W over, ਚਾਹੇ ਇਹਨੂੰ ਤੁਸੀਂ 8/63 ਕਰ ਲਓ ਇੰਟੂ 3/4। ਇਹਨੂੰ ਸਿੰਪਲੀਫਾਈ ਕਰ ਲਓ, ਤੁਹਾਡਾ ਕੀ ਆ ਜਾਏਗਾ? ਆਨਸਰ ਆ ਜਾਏਗਾ। ਇੱਦਾਂ ਹੀ T2 ਦੀ ਵੈਲਿਊ ਕਿੰਨੀ ਆ ਜਾਏਗੀ? 8/63 ਇੰਟੂ 9/16। 9/16 ਤੁਸੀਂ √63 ਨਾਲ ਮਲਟੀਪਲਾਈ ਡਿਵਾਈਡ ਕਰਕੇ ਆਨਸਰ ਮੈਚ ਕਰ ਸਕਦੇ ਆ। ਇੱਦਾਂ ਹੀ ਇੱਥੇ ਤੁਸੀਂ ਕਰ ਸਕਦੇ ਆ। ਇਹ ਤਾਂ ਕੈਂਸਲ ਆਊਟ ਹੋ ਗਏ। ਇਹ ਆ ਗਿਆ 2। 63 ਦੇ ਨਾਲ ਮਲਟੀਪਲਾਈ ਕਰ ਦਿਓ, ਉਹਦੇ ਨਾਲ ਹੀ ਡਿਵਾਈਡ ਕਰ ਦਿਓ, ਤੇ ਤੁਹਾਡੇ ਕੋਲ ਆ ਜਾਏਗਾ √63/63। 9 7 ਹੋ ਗਏ 63, √63/14 kg। ਇਹਦਾ T2 ਦੀ ਤੁਹਾਡੇ ਕੋਲ ਵੈਲਿਊ ਆ ਜਾਏਗੀ। ਇੱਦਾਂ ਤੁਸੀਂ T1 ਦੀ ਵੈਲਿਊ ਕੈਲਕੂਲੇਟ ਕਰ ਸਕਦੇ ਆ ਈਜ਼ੀਲੀ। √63 ਨੂੰ ਤੁਸੀਂ 3/7 ਕਰ ਸਕਦੇ ਆ। ਸੋ ਉਹ ਤੁਹਾਡਾ ਆਨਸਰ ਆ ਜਾਏਗਾ। ਮੈਂ ਇੱਕ ਵਾਰੀ ਫਿਰ ਰਿਪੀਟ ਕਰਦਾ ਕਿ ਕਿਸ ਤਰੀਕੇ ਅਸੀਂ ਇਹ ਕੁਐਸਚਨ ਕੀਤਾ। ਇੱਕ ਵਾਰੀ ਫਿਰ ਸਮਝਣ ਦੀ ਕੋਸ਼ਿਸ਼ ਕਰੋ। ਇਹ 66 ਗਿਵਨ ਆ, ਇਹ 4, ਇਹ 5। ਇੱਕ ਟ੍ਰਾਇੰਗਲ ਬਣ ਗਈ ਸਾਡੇ ਕੋਲ, ਜਿਵੇਂ ਤਾਂ ਮੈਂ ਪਹਿਲੇ ਦਿਖਾ ਚੁੱਕੇ ਹਾਂ ਡਾਇਗਰਾਮ। ਇਹ ਐਂਗਲ A ਆ ਤਾਂ ਇਹ ਵੀ A ਹੋਣਾ, ਇਹ B ਆ ਤਾਂ ਇਹ ਵੀ B ਹੋਣਾ, ਕਿਉਂਕਿ ਦੋ ਪੈਰਲਲ ਲਾਈਨ ਜਾ ਰਹੀਆਂ। ਓਕੇ, ਹੁਣ ਇਹ ਰਾਈਟ ਐਂਗਲ ਟ੍ਰਾਇੰਗਲ ਨਹੀਂ ਬਣਦੀ। ਫਿਰ ਅਸੀਂ cos A, ਅੱਜ ਤੁਹਾਨੂੰ ਸਮਝ ਆ ਗਈ ਸੀ ਕਿ ਐਂਗਲ ਕਿਸ ਤਰੀਕੇ ਨਾਲ। ਮੈਂ ਫਿਰ ਰਿਪੀਟ ਕਰ ਦੇਵਾਂ। ਇੱਕ ਇਹ ਫੋਰਸ ਹੈ, ਦੇਖੋ 3 ਫੋਰਸਿਸ ਲੱਗ ਰਹੀਆਂ। ਮੈਂ ਇੱਥੇ ਤੁਹਾਨੂੰ ਬਣਾ ਕੇ ਦੁਬਾਰਾ ਇਹ ਚੀਜ਼ ਸਮਝਾ ਦਿੰਦਾ ਕਿਸ ਤਰੀਕੇ ਫੋਰਸਿਸ ਲੱਗ ਰਹੀਆਂ। ਇਹ W kg ਆ, ਠੀਕ ਹੈ ਜੀ। ਇੱਕ ਫੋਰਸ ਇੱਧਰ ਲੱਗਦੀ ਪਈ ਆ, ਇੱਕ ਇੱਧਰ ਲੱਗਦੀ ਪਈ ਆ। ਇਹ T1 ਸੀ, ਇਹ ਕੀ ਸੀ? T2। ਅਤੇ ਆਪਾਂ ਜੇ ਇੱਥੇ ਇੱਕ ਲਾਈਨ ਲਗਾ ਦਈਏ ਇੱਦਾਂ, ਇਹ ਐਂਗਲ ਸੀ ਮੇਰੇ ਕੋਲ B, ਇਹ ਐਂਗਲ ਸੀ ਮੇਰੇ ਕੋਲ A। ਆ ਸੀ ਐਂਗਲ ਸਾਰਾ C। ਆ ਐਂਗਲ 90 ਆ, ਇਹ ਵੀ 90 ਆ। ਤੁਸੀਂ ਜਦੋਂ ਆਪਾਂ T1 ਫੋਰਸ ਲੈਣੀ ਆ, ਉਦੋਂ ਆਪਾਂ ਆਹ ਵਾਲਾ ਐਂਗਲ ਸਾਰਾ ਚਾਹੀਦਾ। ਆ 90 ਆ, B ਆ, 90 + B ਹੋ ਗਿਆ। ਜੇ ਤੁਸੀਂ T2 ਫੋਰਸ ਲਓਗੇ, ਸਾਨੂੰ ਆਹ ਵਾਲਾ ਐਂਗਲ ਚਾਹੀਦਾ। ਦੂਜੀਆਂ ਦੋ ਫੋਰਸਿਸ ਵਿੱਚ ਲਾ ਐਂਗਲ 90 + A ਹੋ ਗਿਆ। ਜਦੋਂ W ਲਾਓਗੇ ਤਾਂ ਉਦੋਂ ਆਹ ਵਾਲਾ ਐਂਗਲ ਆ ਗਿਆ T1 T2 ਦੇ ਅੰਦਰਲਾ C। ਤਾਂ ਉਹ cos B ਅਤੇ cos A ਹੋ ਗਿਆ। ਉਸ ਤੋਂ ਬਾਅਦ ਅਸੀਂ cos ਵਾਲਾ ਫਾਰਮੂਲਾ ਲਗਾ ਕੇ ਵੈਲਿਊਜ਼ ਕੈਲਕੂਲੇਟ ਕਰ ਲਈਆਂ, ਉਹਨੂੰ ਪੁੱਟ ਕਰ ਦਿੱਤੀਆਂ। ਉੱਥੋਂ ਤੁਸੀਂ ਇਹਨੂੰ ਇਹਦੇ ਇਕੁਅਲ ਰੱਖੋਗੇ, T1 ਆ ਜਾਏਗਾ। ਇਹਨੂੰ ਇਹਦੇ ਇਕੁਅਲ ਰੱਖੋਗੇ ਤਾਂ T2 ਆ ਜਾਏਗਾ। ਹੁਣ ਅਸੀਂ ਕਰਾਂਗੇ ਨੈਕਸਟ ਕੁਐਸਚਨ। ਹਾਂਜੀ, ਆਲਮੋਸਟ ਸੇਮ ਹੀ ਕੁਐਸਚਨ ਆ, ਧਿਆਨ ਨਾਲ ਸਮਝਿਓ। ਅ ਫਾਈਨ ਲਾਈਟ ਸਟਰਿੰਗ AOB, length 3/4 centimeter, is attached at its ends to 2 points A and B, 6 and 1/4 centimeter apart in a horizontal line। ਇਹ ਨਾ ਇੱਕ ਹੋਰੀਜ਼ੋਨਟਲ ਲਾਈਨ ਹੈ, ਇਹ ਵਾਲੀ AB। ਇਹਦਾ ਡਿਸਟੈਂਸ ਕਿੰਨੇ ਮੀਟਰ ਅਪਾਰਟ ਆ? 6 1/4, 25/4 ਸੈਂਟੀਮੀਟਰ। ਇਹ ਜਿਹੜੀ ਚੌੜਾਈ ਹੈ ਨਾ ਇਸ ਰੋਡ ਦੀ, ਉਹ ਗਿਵਨ ਹੈ। ਜਿੱਥੇ ਅਸੀਂ ਦੋ ਫਰੋਮ ਅ ਪੁਆਇੰਟ O of length of string distance 6 meter from A। ਦੇਖੋ ਇੱਥੇ ਨਾ ਕੋਈ ਪੁਆਇੰਟ ਆ, ਸਪੋਜ਼ ਕਰੋ ਇੱਥੇ ਆ O ਪੁਆਇੰਟ ਆ, ਇੱਥੇ O ਪੁਆਇੰਟ। ਇਸ O ਪੁਆਇੰਟ ਤੋਂ A ਪੁਆਇੰਟ ਨੂੰ ਮਿਲਾਉਂਦੀ ਹੋਈ ਸਟਰਿੰਗ ਲੈਣੀ ਆਪਾਂ, ਇਹ ਵਾਲੀ। ਇਹ 6
सेंटीमीटर गिवन है। ओके, ये मास कहते 50 kg सस्पेंड किया होया नीचे नूं, आ मास लगाया होया इत्थे कि नाम आए 50 kg। ये वाला पॉइंट किहड़ा ओ पॉइंट आ। बड़े ही ध्यान नाल समझण दी कोशिश करियो। कित्थे गया कैप, चलो बाद च लभ लैंदे। हाँ जी, अ फाइन लाइट स्ट्रिंग AOB इनू भी मिला दो, इनू भी मिला दिए AOB लेंथ इन्नी है टोटल। AOB ये सारी रस्सी की जी लंबाई है ना, ये किन्नी है 73/4। ये जी लेंथ आ, मैं आप नाल लिखी चलिए तो जो कन्फ्यूज़ ना होइए। ये किन्नी है टोटल 73/4, 28 ते 31 31/4 सेंटीमीटर इन्नी आ। होर की गिवन आ, ओ तो ए डिस्टेंस गिवन सी, ओ तो ए डिस्टेंस गिवन आ 6 सेंटीमीटर। सो देखो आ टोटल लेंथ है ना जी, ये वाली जिहदे चों इन्नी 6 है, बाकी फाइंड करिए। सो ओ बी कितनी होएगी, ओ बी लेंथ होएगी टोटल सी इन्नी 6 माइनस कर दो 31/4 सी, 24 माइनस हो गए तो आ गई बाकी 7/4 सेंटीमीटर। सो बाकी बची 7/4 सेंटीमीटर। टोटल AOB लेंथ गिवन सी, उहदे चों 6 माइनस करती, बाकी ये बची। टेंशन फाइंड करनी है। जो भी असी दो स्ट्रिंग के नाल कोई वेट असी लमकाया तो उन्हां च एक खिच पैदा होनी है, उस खिच नूं आपां बोलते हैं टेंशन। वो आपां फाइंड करनी, इधर T1 होएगी, इधर T2 होएगी। ओके, हुण दोबारा पढ़िए स्टेटमेंट। अ फाइन लाइट स्ट्रिंग AOB ਉਹਦੀ ਲੈਂਥ ਇੰਨੀ ਹੈ टोटल अटैच्ड एट इट्स एंड्स। आ दो एंड ना आपां ਉਹਨੂੰ अटैच किया। टू पॉइंट्स किहड़े A ते B ਦੇ ਨਾਲ ਕੀਤਾ। ਉਹਨਾਂ 'ਚ डिस्टेंस गिवन आ 6 and 1/4 सेंटीमीटर अपार्ट। टू होरिजोनटल आ देखो, ਇਹਨਾਂ 'ਚ A ਤੇ B 'ਚ डिस्टेंस भी गिवन है, वो भी आपां लिख लिया। ओके, फ्रॉम अ पॉइंट O पॉइंट तो ऑफ स्ट्रिंग डिस्टेंस 6 सेंटीमीटर फ्रॉम A, ये डिस्टेंस दिता। ये फिर असी फाइंड कर लिया, इन्ना काम असी कर लिया। फिर कहते टेंशन फाइंड करो, ओ ए दी T1 मान ली, ओ बी दी आपां T2 मान ली। देखो ये पिछले क्वेश्चन नालों भी सिंपल है। एक चीज़ करके देखो, पिछले क्वेश्चन भी करके देखी सी, OA स्केयर प्लस OB स्केयर करके देखना तुसी। 6 स्केयर प्लस 7/4 स्केयर करके देखियो, इनू सिंपलीफाई करियो। ये इत्थे तुहाडे कोल AB स्केयर के बराबर आ जाएगा। सो इसका मीनिंग ये होया कि एक राइट एंगल ट्रेंगल आ, ये वाला जोड़ा एंगल आ, ये वाला ये 90 डिग्री होएगा। सो एंगल ये जो ओ तो 90 डिग्री का एंगल बनेगा। सो ट्रेंगल AOB, ट्रेंगल AOB इज़ आ राइट एंगल ट्रेंगल, एक राइट एंगल ट्रेंगल होएगी AOB। ओके, ये आपां एक होरिजोनटल लाइन बनाएंगे बिल्कुल इस तरीके। ये जो A एंगल आ तो A भी A होएगा, ये जो B एंगल आ, ये जो B एंगल आ तो A एंगल भी B होएगा, जिस तरीके असी पिछला क्वेश्चन किया। पिछले क्वेश्चन इत्थे आपां C लिखा, असीं इत्थे 90 लिखा, क्योंकि सानू पता चल गया कि राइट एंगल ट्रेंगल आ। पाइथागोरस लगा के देख ली। ओके, ना भी लगाओगे तो C लैके कर लोगे, पिछले क्वेश्चन तरह हो जाएगा, बट लेंथी हो जाएगा। इत्थे थोड़ा सिंपल वे दे नाल हो जाना। ओके, हाँ जी, हुण फोर्सेस ई भी सपोज करिए, लैट T1 T2 बी टेंशनस इन द स्ट्रिंग्स। किहड़ियां स्ट्रिंग्स? OA एंड OB। फोर्सेस फिर 3 फोर्सेस किहड़ियां T1 T2 एंड 50 kg कित्थे एक्ट करदियां C ते एक्टिंग एट C आर इन इक्विलिब्रियम। बाय लेमीज़ थ्योरम T1 ओवर T2 ओवर एंड इन्हां तो सारे समझाई गया, KG लिखने की जरूरत नहीं। ओके,
नीचे साइन भी लिखना, एंगल कितना आना वो आप देखते हैं, बहुत ईजी है लिखना, तुसी ऑलरेडी समझ ही गए होवोगे किस तरीके लिखीदा। जो T1 फोर्स लै रहे हैं एंगल लिखना सी बाकी जड़ियाँ दो फोर्सिस है इन्हों के ला ये वाला एंगल कितना होएगा 90 + B, 90 + B रट्टा नहीं लाना। जो T2 फोर्स लैनी है ये हम T2 फोर्स लई आ तो ये जड़ियाँ दो फोर्स आ ये वाला एंगल चाहिए। तो तुसी कहोगे सर ये A आ एंगल तो ये 90 है, कितना हो गया टोटल 90 + A, ये हो गया 90 + A, ये एंगल कितना आएगा 50। जब तो फोर्स लैनी और T1 तो T2 के पिछला एंगल चाहिए ये वाला ये कितना 90। सो ये हो गया साइन ऑफ 90। थोड़ा सिंपलीफाई करके लिखिए T1 / cos ऑफ B, T2 / cos ऑफ A, 50 sin 91। ये होगी साड़ी इक्वेशन नंबर स्टार। हुण ये क्योंकि राइट एंगल ट्रायंगल आ बड़ी ईजली तुसी वैल्यूज़ कैलकुलेट कर सकते हैं। हुण सब तो पहले सानू वैल्यू किहदी चाहिए है cos A की चाहिए है। cos A, cos A की हुंदा बेस ओवर हाइपोटेन्यूज़। ओके हुण तुसी कहोगे सर समझ नहीं आ रही किहड़ा बेस आ किहड़ा हाइपोटेन्यूज़ आ ते किहड़ा परपेंडिकुलर आ। चलो नहीं आ रही तो मैं समझाने की कोशिश करदा किवें पता चलदा कि ये चों किहड़ा बेस लेना, क्योंकि जे तुसी एंगल ए दे विद रिस्पैक्ट टू करोगे परपेंडिकुलर होर होएगा, बेस होर होएगा, बी दे विद रिस्पैक्ट टू तुसी फाइंड करोगे तो उत्ते होर होएगा। किस तरीके देखना वो आप समझने की कोशिश करिए। हुण इधरों मैं सारा रफ कर देना क्योंकि ये आप कर ही चुके हैं, तो मैं ये समझाने की कोशिश करा कि तुसी किस तरीके देखना किहड़ा बेस आ तो किहड़ा परपेंडिकुलर आ। समझो हाँ जी, आ देखो आप एक राइट एंगल ट्रायंगल बना लीए। ओके सपोज करो ये तुहाडा एंगल है थीटा, ये एंगल 90 डिग्री है जिहदा करके ये राइट एंगल ट्रायंगल है, ये एंगल हो गया 90 डिग्री। ओके ये एंगल हो गया 90 डिग्री। ओके हुण समझने की कोशिश करियो। हाँ जी हुण समझने की कोशिश ये करनी है जो इस 90 डिग्री एंगल के सामने वाला होनी है साइड वो हमेशा हाइपोटेन्यूज़ होंदी है। 90 डिग्री के सामने वाली साइड हमेशा हाइपोटेन्यूज़ होंदी है। ये जो थीटा एंगल आ जिहदे विद रिस्पैक्ट टू तुसी कॉस थीटा जां साइन थीटा जां टैन थीटा जो भी वैल्यू फाइंड करनी थीटा, ये सामने वाला हमेशा जिहड़ा वो परपेंडिकुलर हुंदा। ते जिधर दोवें एंगल आ वो हुंदा बेस। जिधर दोवें एंगल हो 90 डिग्री भी तो जो असी फाइंड करते पे हैं वो बेस जिधर दोवें एंगल मिलते हैं 90 डिग्री भी तो वो बेस, 90 के सामने वाला हाइपोटेन्यूज़, थीटे के सामने वाला परपेंडिकुलर। इस तरीके तुसी इनू याद रखोगे 90 के सामने वाला हाइपोटेन्यूज़, जे असी कॉस थीटा फाइंड करना थीटे के सामने वाला परपेंडिकुलर, जिधर दोवें एंगल बनते हैं वो हुंदा बेस। हुण सानू वैल्यू चाहिए सब तो पहला कॉस ए दी, कॉस ए दी सानू वैल्यू चाहिए आ। ये रहा ए, ओके ये रहा 90, ये 90, ਇਹਦਾ मतलब आ होएगा बेस। जिधर एंगल आ जिधर आ भी एंगल आ ये होएगा बेस। 90 के सामने वाला परपेंडिकुलर, इस ए के सामने वाला जो होएगा वो परपेंडिकुलर, ए के सामने वाला परपेंडिकुलर तो 90 के सामने वाला हाइपोटेन्यूज़। सो हाइपोटेन्यूज़ केड़ा बेस केड़ा बेस ओ ए है साडे कोल, जिधर दोवें एंगल होण वो होना बेस। ओके हाइपोटेन्यूज़ 90 के सामने वाला ए बी, ये हुण तुसीं वैल्यू पुट कर दो। ओ ए कितना 6, ए बी कितना 25/4 तो आ गया साडे कोल 24/25। हुण कॉस बी करके देखो, कॉस बी फिर बेस ओवर हाइपोटेन्यूज़। ओके हुण बी एंगल आ ये 90 आ, जिधर ये दोवें एंगल होंदे आ वो वाली साइड बेस, ये बेस आ। बेस इत्थे हुण किहड़ा हो गया, हुण हो गया ओ बी, रट्टा नहीं लाना। नीचे हाइपोटेन्यूज़ जिथे ये 90 एंगल आ हाइपोटेन्यूज़ उही रहना सेम 90 के सामने वाला, कहने का मीनिंग ए बी। सो ओ बी सी मेरे कोल 7/4
ਸੋ ਨੀਚੇ ਆ ਗਿਆ 25/4 ਤੇ ਆ ਗਿਆ 7/25। ਸੋ ਇਹ ਆਪਾਂ ਵੈਲਿਊ ਸਟਾਰ 'ਚ ਪੁੱਟ ਕਰ ਦਾਂਗੇ, ਪੁੱਟ ਇਨ ਸਟਾਰ, ਇਹਨੂੰ ਆਪਾਂ ਸਟਾਰ 'ਚ ਪੁੱਟ ਕਰ ਦਾਂਗੇ ਤੇ ਸਾਡਾ ਆ ਜਾਏਗਾ ਆਨਸਰ। ਤੁਸੀਂ ਉਹ ਵਾਲੇ ਜੋ ਅਸੀਂ ਪਿਛਲੇ ਕੁਐਸਚਨ 'ਚ ਫਾਰਮੂਲੇ ਲਗਾਏ ਉਹ ਲਗਾ ਕੇ ਵੀ ਕਰ ਸਕਦੇ, ਪਰ ਜੇ ਰਾਈਟ ਐਂਗਲ ਟ੍ਰਾਇੰਗਲ ਆ ਗਈ ਤਾਂ ਥੋੜ੍ਹਾ ਈਜ਼ੀ ਹੋ ਜਾਂਦਾ। ਹੁਣ ਸਟਾਰ ਇਕੁਏਸ਼ਨ ਕੀ ਬਣ ਗਈ, T1 cos B। what is cos B? 7/25, 7/25। T2 cos of A 24/25 is equal to 50। ਹੁਣ ਫਸਟ ਤੇ ਸੈਕਿੰਡ ਮੈਂਬਰ, ਥਰਡ ਮੈਂਬਰ ਦੇਖੋ, T1/7/25 is equal to 50। T2 आ जाएगा 50 into 24/25। सिंपलीफाई करो, 2 स्टेप कर देंगे। हाँ जी, ये क्या आ जाएगा, T1 की वैल्यू 50 into 7/25, ये कैंसल हो गए, सो 14 kg T1 मिल गई। इधर T2 कितना आ जाएगा, 50 into 24/25, ये 2 तो कैंसल तो 48 kg। सो T2 टेंशन जी है ना उधर ज़्यादा लगानी पैनी है। एक 48 kg आ गया, एक 14 kg आ गया। ये दोनों साइडों पर जी स्ट्रिंग, 2 स्ट्रिंग सी उन्होंने च इन्नी टेंशन आएगी। इन्नी टेंशन होनी चाहिए, वो असी फाइंड कर ली कि इस वेट करके इन्नी खिच पैगी, इन्नी वो फोर्स लगेगी, इन्नी टेंशन होएगी। सो जो बाकी क्वेश्चनस आ वो असी अपने अगले लैक्चर करांगे। उम्मीद करदा कि तुहानूं मेरे लैक्चर पसंद आ रहे होणगे। तुसी लाइक जरूर करियो, वीडियो नूं, चैनल सबसक्राइब जरूर करियो। तो जे तुहानूं नोट्स चाहिए होण, PDF मैं तैयार कर रहा आने वाले टाइम पे, हर एक एक्सरसाइज की तुहानूं एक अलग PDF मिलेगी। जिन्ने बुक ते तुहाडे चैप्टर आ सारिਆਂ ਦੀ एक्सरसाइज वाइज तुहानूं PDF प्रोवाइड करवाउण जा रहे हैं। सो मैसेज करके दसियो उस नंबर पर कि किन्नू वो PDF चाहिए आ, तां जो मैं वो अपनी तैयारी PDF बनाउण दी करां। हैंड रिटन नोट्स होणगे बहुत वधिया। थैंक यू।